ਲੱਖਾਂ ਲੋਕਾਂ ਦੇ ਵਿਚਾਰ ਬਦਲ ਦੇਣ ਵਾਲੀ ਵਿਸ਼ਵ ਪ੍ਰਸਿੱਧ ਪੁਸਤਕ ਤੇ ਦੇਵ ਪੁਰਸ਼ ਹਾਰ ਗਏ ਦਾ ਪੇਸ਼ ਹੈ ਅੱਜ ਪਾਠ 15 ਜਾਦੂ ਅਤੇ ਜਾਦੂ ਰੋਕੋ। ਮੈਂ ਅਤੇ ਮੇਰੀ ਪਤਨੀ ਸਾਡੇ ਇੱਕ ਦੋਸਤ ਮਿਸਟਰ MC ਪੌਲ ਦੇ ਕੁਤੂ ਨਾਇਕੇ ਵਿਖੇ ਨਾਰੀਅਲ ਦਾ ਵਾਣ ਕੱਟਣ ਵਾਲੇ ਸਰਕਾਰੀ ਕਾਰਖਾਨੇ ਵਿੱਚ ਸਥਿਤ ਕੁਆਟਰ ਵਿੱਚ ਰਹਿ ਰਹੇ ਸੀ। ਸਾਡਾ ਦੋਸਤ ਇਸ ਕਾਰਖਾਨੇ ਦਾ ਉਸ ਸਮੇਂ ਮੈਨੇਜਰ ਸੀ। ਜਦੋਂ ਰਾਤੀ ਅਸੀਂ ਖਾਣਾ ਖਾ ਰਹੇ ਸੀ ਤਾਂ ਸਾਨੂੰ ਦੂਰ ਤੋਂ ਧੀਮੀ ਜਿਹੀ ਢੋਲ ਵੱਜਣ ਦੀ ਆਵਾਜ਼ ਸੁਣਾਈ ਦਿੱਤੀ। ਮਿਸਟਰ ਪੌਲ ਨੇ ਆਖਿਆ ਕਿ ਉਹਨਾਂ ਸ੍ਰੀ ਸੈਨਾ ਦੇ ਘਰੋਂ ਜਾਦੂ ਕੱਢਣ ਦੀ ਰਸਮ ਆਰੰਭ ਕਰ ਦਿੱਤੀ ਹੈ। ਕਾਰਖਾਨੇ ਦਾ ਇੱਕ ਕਾਮਾ ਸ੍ਰੀ ਸੈਨਾ 7 ਮਹੀਨੇ ਹੋਏ ਪਾਗਲ ਹੋ ਗਿਆ ਸੀ। ਉਹ ਅਚਾਨਕ ਹੀ ਪਾਗਲ ਹੋ ਗਿਆ ਸੀ। ਕਦੇ ਕਦੇ ਉਹ ਬਹੁਤ ਹੀ ਕਰੋਪੀ ਅਤੇ ਪੱਧਰੀ ਹੋਈ ਜਾਂਦਾ ਪਰ ਜਦੋਂ ਉਹ ਕਾਰਖਾਨੇ ਵਿੱਚ ਕੰਮ 'ਤੇ ਆ ਜਾਂਦਾ ਤਾਂ ਉਹ ਚੁੱਪਚਾਪ ਰਹਿੰਦਾ ਅਤੇ ਮਰੀਅਲ ਜਿਹਾ ਲੱਗਦਾ। ਭਾਵੇਂ ਉਹ ਦਿਮਾਗੀ ਤੌਰ 'ਤੇ ਰੋਗੀ ਸੀ, ਫਿਰ ਵੀ ਸ੍ਰੀ ਸੈਨਾ ਕਾਰਖਾਨੇ ਆਉਂਦਾ ਰਿਹਾ ਅਤੇ ਤਨਖਾਹ ਲੈਂਦਾ ਰਿਹਾ। ਇੱਕ ਦਿਨ ਸ੍ਰੀ ਸੈਨਾ ਕਾਰਖਾਨੇ ਕੰਮ 'ਤੇ ਨਾ ਗਿਆ ਅਤੇ ਰੋਜ਼ਾਨਾ ਵਾਂਗ ਉਹ 7 ਵਜੇ ਸਵੇਰੇ ਘਰੋਂ ਨਿਕਲ ਪਿਆ। ਸ਼ਾਮੀ 6 ਵਜੇ ਤੱਕ ਉਸ ਦੀ ਪਤਨੀ ਮੇਰੀ ਇਹ ਸਮਝਦੀ ਰਹੀ ਕਿ ਉਸ ਦਾ ਪਤੀ ਅਜੇ ਕਾਰਖਾਨੇ ਵਿੱਚ ਹੀ ਹੈ। ਅਗਲੇ ਦਿਨ ਮੇਰੀ ਅਤੇ ਉਸ ਦੇ ਰਿਸ਼ਤੇਦਾਰ ਨੇ ਸਾਨੂੰ ਸਾਰੇ ਕਾਤੂ ਨਾਕੇ ਵਿੱਚ ਸ੍ਰੀ ਸੈਨਾ ਨੂੰ ਲੱਭਿਆ। ਕੁਝ ਦਿਨਾਂ ਬਾਅਦ ਅਤੇ ਉਸ ਦੇ ਭਾਈ ਪ੍ਰੇਮਾਰਾਤਨੇ ਨੇ ਮੇਰੀ ਸ੍ਰੀ ਸੈਨਾ ਦਾ ਬਹੁ ਪਤਾ ਲਾਉਣ ਵਾਸਤੇ ਜੈਲਾ ਨਿਵਾਸੀ ਇੱਕ ਜੋਤਸ਼ੀ ਤੋਂ ਪੁੱਛ ਲੈਣ ਦਾ ਫੈਸਲਾ ਕੀਤਾ। ਦੋਵੇਂ ਪੌ ਪਟਾਲੇ ਤੋਂ ਪਹਿਲਾਂ ਹੀ ਜੋਤਸ਼ੀ ਦੇ ਘਰ ਜਾ ਪਹੁੰਚੇ। ਜੋਤਸ਼ੀ ਨੇ ਪੱਤਰੀ ਵੇਖ ਕੇ ਦੱਸਿਆ ਕਿ ਉਸ ਦਾ ਪਤੀ ਹੁਣ ਕਦੇ ਵੀ ਵਾਪਸ ਨਹੀਂ ਆਏਗਾ, ਕਿਉਂਕਿ ਉਸਨੇ ਸਮੁੰਦਰ ਵਿੱਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਹੈ। ਮੇਰੀ ਅਤੇ ਉਸ ਦਾ ਭਾਈ ਦੁਖੀ ਹਿਰਦੇ ਨਾਲ ਕਾਤੂ ਨਾਕੇ ਵਾਪਸ ਪਰਤ ਆਏ। ਉਸ ਦੇ ਸੱਕੀ ਸੰਬੰਧੀਆਂ ਨੇ ਸਮੁੰਦਰੀ ਕੰਢੇ ਪੂਰੀ ਚੌਕਸੀ ਰੱਖੀ ਤਾਂ ਕਿ ਸ੍ਰੀ ਸੈਨਾ ਦੀ ਲਾਸ਼ ਹੀ ਲੱਭ ਪਵੇ। ਭਾਵੇਂ ਉਹਨਾਂ ਨੂੰ ਲਾਸ਼ ਨਾ ਮਿਲੀ, ਪਰ ਉਹਨਾਂ ਨੇ ਸ੍ਰੀ ਸੈਨਾ ਦੀਆਂ ਕਿਰਿਆਕਰਮ ਸੰਬੰਧੀ ਸਾਰੀਆਂ ਰਸਮਾਂ ਨਿਭਾ ਦਿੱਤੀਆਂ ਤਾਂ ਕਿ ਸ੍ਰੀ ਸੈਨਾ ਦਾ ਭੂਤ ਮੇਰੀ ਅਤੇ ਉਸ ਦੇ 2 ਬੱਚਿਆਂ ਨੂੰ ਦੁੱਖ ਨਾ ਦੇਵੇ। ਭਗੌੜਾ ਵਾਪਸ ਆ ਗਿਆ। 6 ਮਹੀਨੇ ਬਾਅਦ ਇੱਕ ਸ਼ੁਭ ਸਵੇਰੇ ਸ੍ਰੀ ਸੈਨਾ ਨੂੰ ਆਪਣੇ ਹੀ ਘਰ ਦੇ ਵਰਾਂਡੇ ਵਿੱਚ ਪਿਆ ਵੇਖਿਆ ਗਿਆ। ਆਪਦੇ ਪਤੀ ਦੇ ਪੁਨਰ ਜੀਵਨ ਬਾਰੇ ਮੇਰੀ ਦੀ ਖੁਸ਼ੀ ਹੌਲੀ ਹੌਲੀ ਖਤਮ ਹੋ ਗਈ ਜਦੋਂ ਉਸ ਨੂੰ ਇਹ ਮਹਿਸੂਸ ਹੋਇਆ ਕਿ ਉਸ ਦੇ ਪਤੀ ਦੀ ਦਿਮਾਗੀ ਹਾਲਤ ਪਹਿਲਾਂ ਨਾਲੋਂ ਕਿਤੇ ਵੱਧ ਖਰਾਬ ਸੀ। ਕਿਸੇ ਲਈ ਵੀ ਸ੍ਰੀ ਸੈਨਾ ਤੋਂ ਇਹ ਪਤਾ ਕਰਨਾ ਸੰਭਵ ਨਹੀਂ ਸੀ ਕਿ ਉਹ ਪਿਛਲੇ 6 ਮਹੀਨਿਆਂ ਤੋਂ ਕਿੱਥੇ ਰਿਹਾ ਸੀ। ਉਹ ਮਿੱਟੀ ਦਾ ਮਾਧੋ ਬਣਿਆ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਸੀ ਦਿੰਦਾ। ਪ੍ਰੇਮਾ ਰਤਨੇ ਦੇ ਕਹਿਣ 'ਤੇ ਇੱਕ ਵਾਰ ਸ੍ਰੀ ਸੈਨਾ ਦੇ ਪਾਗਲਪਨ ਦਾ ਪੱਕਾ ਇਲਾਜ ਕਰਵਾਉਣ ਲਈ ਇੱਕ ਹੋਰ ਸ਼ਕਤੀਸ਼ਾਲੀ ਜੋਤਸ਼ੀ ਨਾਲ ਸਲਾਹ ਕਰਨ ਦਾ ਫੈਸਲਾ ਕੀਤਾ। ਮੇਰੀ ਅਤੇ ਰਤਨੇ ਗੁਆਂਢ ਵਿੱਚ ਹੀ ਨਿਊਗੈਡੋ ਨਿਵਾਸੀ ਇੱਕ ਜਨਾਨੀ ਪੁੱਛ ਦੇਣ ਵਾਲੀ ਕੋਲ ਜਾ ਪਹੁੰਚੇ। ਪਾਨ ਦੇ ਪੱਤੇ ਵਿੱਚ ਪੈਸੇ ਲਪੇਟ ਕੇ ਦਛਣਾ ਦਿੱਤੀ ਗਈ। ਮੈਰੀ ਅਤੇ ਪੁੱਛ ਦੇਣ ਵਾਲੀ ਜਨਾਨੀ ਨੇ ਇੱਕ ਦੂਜੀ ਦੇ ਨਾਲ ਬਹੁਤ ਗੱਲਾਂ ਮਾਰੀਆਂ। ਮੈਰੀ ਤੋਂ ਉਸਨੇ ਬਹੁਤ ਕੁਝ ਪੁੱਛਿਆ। ਅੰਤ ਵਿੱਚ ਉਸਨੇ ਪੱਤਰੀ ਵੇਖ ਕੇ ਦੱਸਿਆ ਕਿ ਉਸਦੇ ਪਤੀ ਤੇ ਇੱਕ ਮਲਿਆਲੀ ਟੂਣੇਹਾਰ ਨੇ ਬਹੁਤ ਹੀ ਤਕੜਾ ਜਾਦੂ ਕੀਤਾ ਹੋਇਆ ਹੈ, ਜਿਸ ਕਰਕੇ ਉਸਦੀ ਇਹ ਹਾਲਤ ਹੈ। ਇਹੀ ਟੂਣਾ ਸ੍ਰੀ ਸੈਨਾ ਦੇ ਦੋਖੀ, ਜਿਹੜਾ ਕਿ ਉਸਦੇ ਕਾਰਖਾਨੇ ਵਿੱਚ ਕੰਮ ਕਰਦਾ ਹੈ, ਦੇ ਕਹਿਣ 'ਤੇ ਕੀਤਾ ਗਿਆ ਸੀ। ਇਸ ਜਾਦੂ ਨੂੰ ਕੋਈ ਹੋਰ ਸ਼ਕਤੀਸ਼ਾਲੀ ਮਲਿਆਲੀ ਜਾਦੂਗਰ ਹੀ ਲਾ ਸਕਦਾ ਹੈ। ਉਸ ਜਨਾਨੀ ਨੇ ਦੱਸਿਆ ਕਿ ਜੇ ਤੁਸੀਂ ਉਸਦੀ 300 ਰੁਪਏ ਫੀਸ ਦੇਣ ਲਈ ਤਿਆਰ ਹੋ ਤਾਂ ਮੈਂ ਅਜਿਹੇ ਜਾਦੂਗਰ ਦੀ ਸਹਾਇਤਾ ਦਿਵਾ ਸਕਦੀ ਹਾਂ। ਪ੍ਰੇਮਾ ਰਤਨੇ ਨਾਲ ਰਾਏ ਕਰਨ ਉਪਰੰਤ ਮੈਰੀ ਇਹ ਗੱਲ ਮੰਨ ਗਈ ਅਤੇ 30 ਰੁਪਏ ਪੇਸ਼ਗੀ ਵੀ ਦੇ ਦਿੱਤੀ। ਅੰਤ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਸ਼ਨੀਚਰਵਾਰ ਦੀ ਰਾਤ ਨੂੰ ਜਾਦੂ ਕੱਢਿਆ ਜਾਵੇਗਾ। ਟੂਣਾ ਕੱਢਣ ਦੀ ਰਸਮ। ਖਾਣਾ ਖਾਣ ਤੋਂ ਮਗਰੋਂ ਮੈਂ ਅਤੇ ਮਿਸਟਰ ਪੌਲ ਡਰਾਇੰਗ ਰੂਮ ਵਿੱਚ ਬੈਠੇ ਸੀ। ਸਾਨੂੰ ਸ੍ਰੀ ਸੈਨਾ ਦੇ ਘਰੋਂ ਢੋਲ ਵੱਜਣ ਨਾਲ ਜਾਦੂ ਕੱਢਣ ਦੀ ਰਸਮ ਹੁੰਦੀ ਸੁਣਾਈ ਦਿੱਤੀ। ਮੈਂ ਭਾਵੇਂ ਗੱਲਬਾਤ ਕਰੀ ਜਾ ਰਿਹਾ ਸੀ, ਪਰ ਮੇਰਾ ਖਿਆਲ ਟੂਣਾ ਕੱਢਣ ਦੀ ਰਸਮ ਵੱਲ ਲੱਗਿਆ ਹੋਇਆ ਸੀ। ਮੈਂ ਟੂਣਾ ਕੱਢਣ ਦੀ ਰਸਮ ਨੂੰ ਵੇਖਣ ਦੀ ਇੱਛਾ ਨੂੰ ਰੋਕ ਨਾ ਸਕਿਆ ਅਤੇ ਜਿਸ ਘਰੇ ਜਾਦੂ ਕੱਢਿਆ ਜਾ ਰਿਹਾ ਸੀ ਉੱਥੇ ਜਾਣ ਲਈ ਸੁਝਾਅ ਦਿੱਤਾ। ਰਾਤ ਦੇ 11 ਵਜੇ ਸਨ। ਮੈਂ ਅਤੇ ਮਿਸਟਰ ਪੌਲ ਨੇ ਲੂੰਗੀ ਅਤੇ ਬਨੈਣ ਪਾਈ ਅਤੇ ਨਿਗੋਬੋ ਸੜਕ 'ਤੇ ਇੱਕ 4 ਮੀਲ ਚੱਲਣ ਤੋਂ ਬਾਅਦ ਅਸੀਂ ਸ੍ਰੀ ਸੈਨਾ ਦੇ ਘਰੇ ਜਾ ਪਹੁੰਚੇ। ਅਸੀਂ ਵਿਹੜੇ ਵਿੱਚ ਲੋਕਾਂ ਦੀ ਭੀੜ ਵਿੱਚ ਚਲੇ ਗਏ ਜਿੱਥੇ ਜਾਦੂ ਕੱਢਣ ਦੀ ਰਸਮ ਹੋ ਰਹੀ ਸੀ।
ਭੀੜ ਵਿੱਚੋਂ ਕਈਆਂ ਨੇ ਮਿਸਟਰ ਪਾਲ ਨੂੰ ਪਛਾਣ ਲਿਆ ਤੇ ਰਸਤਾ ਛੱਡ ਦਿੱਤਾ। ਮੈਂ ਅਤੇ ਮਿਸਟਰ ਪਾਲ ਗੋਲ ਦਾਇਰੇ ਵਿੱਚ ਖੜੇ ਹੋ ਗਏ। ਜਾਦੂਗਰ ਚੌਂਕੜੀ ਮਾਰੀ ਪਿੱਤਲ ਦੇ ਲੈਂਪ ਪਿੱਛੇ ਬੈਠਾ ਸੀ। ਹੋਰ ਰੌਸ਼ਨੀ ਟਾਰਚਾਂ ਨਾਲ ਕੀਤੀ ਹੋਈ ਸੀ। 2 ਗਜ ਵਰਗ ਦੀ ਆਕਾਰ ਦੀ ਥਾਂ ਤੇ ਵਿਹੜੇ ਵਿੱਚ ਚਿੱਟੀਆਂ ਲਕੀਰਾਂ ਖਿੱਚੀਆਂ ਹੋਈਆਂ ਸਨ। ਇਸ ਵਰਗ ਆਕਾਰ ਦੇ ਚਾਰੇ ਖੂੰਜਾਂ ਤੇ ਨਾਰੀਅਲ ਦੇ ਫੁੱਲ ਲੱਗੇ ਹੋਏ ਗਮਲੇ ਰੱਖੇ ਹੋਏ ਸਨ। ਫਰਸ਼ ਤੇ ਚੰਬੇਲੀ ਅਤੇ ਗੇਂਦੇ ਦੇ ਫੁੱਲ ਵਿਛਾਏ ਹੋਏ ਸਨ। ਵਿਚਾਰ ਇੱਕ ਨੜੂਆ ਸਿਆ ਮੁਰਗਾ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੋਇਆ ਸੀ। ਕਈਆਂ ਥਾਲੀਆਂ ਵਿੱਚ ਖੋਪੇ ਦੀਆਂ ਠੂਠੀਆਂ, ਧਾਨ, ਉਬਲੇ ਹੋਏ ਚੌਲ, ਕੇਲੇ, ਗਲਾਸ ਆਦਿ ਦੇ ਫੁੱਲ ਅਤੇ ਇੱਕ ਵੱਡਾ ਸਾਰਾ ਸ਼ੰਖ ਪਏ ਸਨ। ਵਿਆਕਲ ਕਰਨ ਵਾਲੀ ਢੋਲਾਂ ਦੀ ਆਵਾਜ਼, ਪਾਗਲ ਕਰਨ ਦੇਣ ਵਾਲੀ ਢੋਲਾਂ ਤੇ ਸ਼ੰਖ ਦੀਆਂ ਆਵਾਜ਼ਾਂ ਦੇ ਨਾਲ ਉਹ ਜਾਦੂਗਰ ਆਪਣੇ 2 ਚੇਲਿਆਂ ਸਮੇਤ ਇੱਕ ਪੁਰਾਣੀ ਜਿਹੀ ਕਿਤਾਬ ਵਿੱਚੋਂ ਜਾਪ ਕਰ ਰਿਹਾ ਸੀ। ਢੋਲਾਂ ਦੀ ਕੰਨ ਬੋਲੇ ਕਰਨ ਦੇਣ ਵਾਲੀ ਆਵਾਜ਼ ਵਿੱਚ ਕਿਸੇ ਨੂੰ ਵੀ ਉਸ ਦਾ ਜਾਪ ਸੁਣਾਈ ਨਹੀਂ ਸੀ ਦਿੰਦਾ। ਮੈਂ ਸਭ ਕੁਝ ਚੰਗੀ ਤਰ੍ਹਾਂ ਵੇਖਣ ਵਾਸਤੇ ਜਾਦੂਗਰ ਦੇ ਪਿੱਛੇ ਜਾ ਖੜਾ ਹੋਇਆ। ਇੱਥੇ ਮੈਂ ਉਸ ਜਾਪ ਦੇ ਕੁਝ ਸ਼ਬਦ ਸਮਝ ਸਕਿਆ। ਇਹ ਬੋਲੀ ਮੇਰੀ ਜਾਣੀ ਪਛਾਣੀ ਸੀ, ਕਿਉਂਕਿ ਇਹ ਰਸਮ ਸ਼ਾਮੀ 8 ਵਜੇ ਦੇ ਕਰੀਬ ਸ਼ੁਰੂ ਹੋਈ ਅਤੇ ਲਗਾਤਾਰ 4 ਘੰਟੇ ਤੋਂ ਇਹੋ ਇੱਕੋ ਹੀ ਕਿਸਮ ਦਾ ਜਾਪ ਹੋ ਰਿਹਾ ਸੀ। ਬਹੁਤ ਸਾਰੇ ਬੱਚੇ ਅਤੇ ਜਨਾਨੀਆਂ ਜਿਹੜੇ ਫਰਸ਼ ਤੇ ਬੈਠੇ ਸਨ ਥੱਕ ਗਏ। ਸ੍ਰੀ ਸੈਨਾ ਨੂੰ ਵਰਗ ਆਕਾਰ ਦੇ ਬਾਹਰਲੇ ਪਾਸੇ ਜਾਦੂਗਰ ਵੱਲ ਮੂੰਹ ਕਰਕੇ ਬਿਠਾਇਆ ਹੋਇਆ ਸੀ। ਉਹ ਉੱਥੇ ਵੀ ਹੀ ਗੂੜੀ ਨੀਂਦ ਵਿੱਚ ਮੂਧੇ ਮੂੰਹ ਪਿਆ ਸੀ ਅਤੇ ਇੰਜ ਹੀ ਕਈ ਬੱਚੇ ਅਤੇ ਔਰਤਾਂ ਸੌਂ ਗਏ ਸਨ। ਸਵੇਰ ਦਾ 1 ਵੱਜਣ ਵਾਲਾ ਸੀ। ਜਾਦੂਗਰ ਅਤੇ ਉਸਦੇ ਦੋਵੇਂ ਚੇਲੇ ਖੜੇ ਹੋ ਗਏ। ਉਹਨਾਂ ਨੇ ਪਾਗਲਾਂ ਵਾਂਗ ਚੀਕਾਂ ਮਾਰਨਾ ਅਤੇ ਸ਼ੰਖ ਵਜਾ ਕੇ ਨੱਚਣਾ ਸ਼ੁਰੂ ਕਰ ਦਿੱਤਾ। ਤਦ ਅਚਾਨਕ ਹੀ ਢੋਲ ਵੱਜਣੇ ਖਤਮ ਹੋ ਗਏ। ਨਾਚ ਖਤਮ ਹੋ ਗਿਆ। ਖੱਬੇ ਹੱਥ ਵਿੱਚ ਸੁਪਾਰੀ ਦਾ ਬੂਟਾ ਫੜ ਕੇ, ਸੱਜੇ ਹੱਥ ਵਿੱਚ ਬੈਟਰੀ ਉੱਚੀ ਫੜ ਕੇ ਜਾਦੂਗਰ ਨੇ ਪੂਰੀ ਜ਼ੋਰ ਨਾਲ ਆਖਿਆ, ਜਾਦੂ ਕੇਲੇ ਦੇ ਦਰਖਤ ਦੇ ਪੱਛਮ ਵਿੱਚ ਘਰ ਤੋਂ 5 ਕਦਮ ਅਤੇ ਉੱਤਰ ਵੱਲ 3 ਕਦਮ ਤੇ ਦੱਬਿਆ ਹੋਇਆ ਹੈ। ਜਿਹੜੇ ਸਾਰੇ ਸੁੱਤੇ ਪਏ ਸਨ, ਸ੍ਰੀ ਸੈਨਾ ਸਮੇਤ ਸਭ ਉੱਠ ਕੇ ਬੈਠ ਗਏ। ਟੂਣਾ ਬਾਹਰ ਕੱਢ ਲਿਆਂਦਾ। ਢੋਲ ਢਮੱਕੇ ਸਮੇਤ ਟਾਰਚਾਂ ਹੱਥਾਂ ਵਿੱਚ ਫੜੀ ਸਾਰੀ ਭੀੜ ਇੱਕ ਜਲੂਸ ਦੀ ਸ਼ਕਲ ਵਿੱਚ ਜਾਦੂਗਰ ਦੀ ਅਗਵਾਈ ਵਿੱਚ ਸਮੇਤ ਮੇਰੇ ਅਤੇ ਮਿਸਟਰ ਪਾਲ ਦੇ ਘਰ ਦੇ ਪਿਛਲੇ ਬਾਗ ਵਿੱਚ ਚਲੇ ਗਏ। ਜਾਦੂਗਰ ਨੇ ਘਰ ਤੋਂ ਖੁਦ 5 ਕਦਮ ਗਿਣੇ ਅਤੇ ਉਸ ਸੇਧ ਵਿੱਚ ਇੱਕ ਕੇਲੇ ਦੇ ਦਰਖਤ ਨੂੰ ਚੁਣ ਲਿਆ। ਉਸਨੇ ਕੇਲੇ ਦੇ ਦਰਖਤ ਤੋਂ ਉੱਤਰ ਵੱਲ 3 ਕਦਮ ਪੁੱਟੇ ਅਤੇ ਇੱਕ ਥਾਂ ਤੇ ਨਿਸ਼ਾਨ ਲਾ ਦਿੱਤਾ। ਪੂਜਾ ਕੀਤੀ ਗਈ ਅਤੇ ਇੱਕ ਚੇਲੇ ਨੇ ਇਸ ਥਾਂ ਥੋੜ੍ਹੇ ਜਿਹੇ ਉਬਲੇ ਜਿਹੇ ਚੌਲ ਛਿੜਕੇ। ਇੱਕ ਬੇਲਚਾ ਲਿਆਉਣ ਲਈ ਹੁਕਮ ਹੋਇਆ। ਭੀੜ ਨੂੰ ਦੂਰ ਹਟਾ ਦਿੱਤਾ ਗਿਆ। ਉਸ ਨਿਸ਼ਾਨ ਵਾਲੀ ਥਾਂ ਦੇ 10 ਫੁੱਟ ਦੇ ਅੰਦਰ ਸਿਵਾਏ ਜਾਦੂਗਰ, ਉਸਦੇ 2 ਚੇਲਿਆਂ, ਢੋਲਚੀਆਂ ਤੇ ਬੈਟਰੀਆਂ ਵਾਲਿਆਂ ਦੇ ਕਿਸੇ ਨੂੰ ਨਹੀਂ ਸੀ ਆਉਣ ਦਿੱਤਾ ਗਿਆ। ਸ੍ਰੀ ਸੈਨਾ ਨੂੰ ਬੁਲਾ ਕੇ ਇੱਕ ਸਟੂਲ ਤੇ ਬਿਠਾ ਦਿੱਤਾ ਗਿਆ। ਜਾਦੂਗਰ ਨੇ ਆਪਣੇ ਇੱਕ ਚੇਲੇ ਨੂੰ ਨਿਸ਼ਾਨੀ ਵਾਲੀ ਥਾਂ ਪੁੱਟ ਕੇ ਟੂਣਾ ਬਾਹਰ ਕੱਢਣ ਲਈ ਆਖਿਆ। ਥਾਂ ਦੀ ਪੁਟਾਈ ਢੋਲਾਂ ਦੀ ਆਵਾਜ਼ ਅਤੇ ਜਪ ਦੇ ਨਾਲ ਸ਼ੁਰੂ ਕੀਤੀ ਗਈ। ਮੈਂ ਆਪਣੇ ਮਿੱਤਰ ਪਾਲ ਨੂੰ ਪੁਟਾਈ ਵਾਲੀ ਥਾਂ ਤੋਂ ਨਿਗਾਹ 1 ਮਿੰਟ ਵੀ ਲਾਂਭੇ ਨਾ ਹਟਾਉਣ ਲਈ ਹੁਸ਼ਿਆਰ ਕੀਤਾ। ਉਸ ਥਾਂ ਦੀ ਕੁਝ ਮਿੰਟ ਬੇਫਾਇਦਾ ਪੁਟਾਈ ਕਰਨ ਮਗਰੋਂ ਜਾਦੂਗਰ ਨੇ ਆਪਣੇ ਚੇਲੇ ਨੂੰ ਪੱਛਮ ਵੱਲ 2 ਫੁੱਟ ਪੁਟਾਈ ਕਰਨ ਲਈ ਆਖਿਆ। ਜਦੋਂ ਉਸ ਦਾ ਵੀ ਕੋਈ ਲਾਭ ਨਾ ਹੋਇਆ ਤਾਂ ਜਾਦੂਗਰ ਨੇ ਉੱਤਰ ਪੂਰਬੀ ਦਿਸ਼ਾ ਵਿੱਚ 2 ਫੁੱਟ ਚੌੜਾਈ ਪੁਟਾਈ ਕਰਨ ਲਈ ਆਖ ਦਿੱਤਾ। ਜਦੋਂ ਜਾਦੂ ਇੱਥੋਂ ਵੀ ਨਾ ਲੱਭਿਆ ਤਾਂ ਦੱਖਣ ਪੂਰਬੀ ਦਿਸ਼ਾ ਵਿੱਚ ਪੁਟਾਈ ਕਰਨ ਲਈ ਆਖਿਆ ਗਿਆ। ਅੰਤ ਨੂੰ ਜਦੋਂ ਇਹ ਵੀ ਨਾ ਕਾਮਯਾਬ ਹੋਇਆ ਤਾਂ ਜਾਦੂਗਰ ਨੇ ਪਹਿਲਾਂ ਵਾਲੀ ਥਾਂ ਤੇ ਇੱਕ ਘੜਾ ਪਾਣੀ ਛਿੜਕਣ ਵਾਸਤੇ ਹੁਕਮ ਦਿੱਤਾ। ਸੁਪਾਰੀ ਦੇ ਬੂਟੇ ਦੀ ਟਹਿਣੀ ਅਤੇ ਬੈਟਰੀ ਹੱਥ ਵਿੱਚ ਫੜੀ ਜਾਦੂਗਰ ਨੇ ਇਸ ਥਾਂ ਦੇ 3 ਚੱਕਰ ਲਾਏ ਅਤੇ ਇਸ ਥਾਂ ਹੋਰ ਡੂੰਘਾ ਟੋਆ ਪੁੱਟਣ ਲਈ ਹੁਕਮ ਦਿੱਤਾ। ਇਹ ਰਸਮ ਅੰਧੇਰੇ ਵਿੱਚ ਹੋਈ। ਜਿਹੜਾ ਚੇਲਾ ਪਹਿਲਾਂ ਪੁਟਾਈ ਕਰ ਰਿਹਾ ਸੀ, ਜਦੋਂ ਥੱਕ ਗਿਆ ਤਾਂ ਦੂਜੇ ਚੇਲੇ ਨੇ ਪੁਟਾਈ ਸ਼ੁਰੂ ਕਰ ਦਿੱਤੀ। ਜਿਉਂ-ਜਿਉਂ ਪੁਟਾਈ ਡੂੰਘੀ ਹੁੰਦੀ ਜਾ ਰਹੀ ਸੀ, ਢੋਲ ਦੀ ਆਵਾਜ਼ ਸਿਖਰਾਂ ਤੇ ਪਹੁੰਚ ਗਈ ਅਤੇ ਅਚਾਨਕ ਹੀ ਸ਼ੰਖ ਵਜਾਉਂਦੇ ਹੋਏ ਅਤੇ ਟੱਲ ਖੜਕਾਉਂਦੇ ਹੋਏ ਅਜੋੜ ਸ਼ਬਦਾਂ ਦਾ ਜਾਪ ਕਰਦੇ ਹੋਏ ਜਾਦੂਗਰ ਨੇ ਸ੍ਰੀ ਸੈਨਾ ਦੁਆਲੇ ਨੱਚਣਾ ਸ਼ੁਰੂ ਕਰ ਦਿੱਤਾ। ਜਦੋਂ ਸਾਰੀ ਭੀੜ ਇਸ ਜਾਦੂਗਰ ਦੇ ਪਾਗਲਾਂ ਵਰਗੇ ਨਾਚ ਵੱਲ ਵੇਖ ਰਹੀ ਸੀ, ਮੇਰੀਆਂ ਅਤੇ ਮਿਸਟਰ ਪਾਲ ਦੀਆਂ ਅੱਖਾਂ
ਉਸੇ ਥਾਂ 'ਤੇ ਗੱਡੀਆਂ ਹੋਈਆਂ ਸਨ ਜਿੱਥੇ ਪੁਟਾਈ ਹੋ ਰਹੀ ਸੀ। ਪੁਟਾਈ ਕਰਨ ਵਾਲੇ ਦੀ ਲੂੰਗੀ ਵਿੱਚੋਂ ਸਾਨੂੰ ਕੁਝ ਡਿੱਗਦਾ ਦਿਖਾਈ ਦਿੱਤਾ, ਕਿਉਂਕਿ ਜਲਦੀ ਹੀ ਉਹ ਚੀਜ਼ ਬੇਲਚੇ ਦੀ ਅਗਲੀ ਚੇਪੇ ਹੇਠਾਂ ਆ ਕੇ ਦੱਬੀ ਗਈ। ਇਸ ਲਈ ਅਸੀਂ ਉਸ ਨੂੰ ਚੰਗੀ ਤਰ੍ਹਾਂ ਪਹਿਚਾਣ ਨਾ ਸਕੇ। 1 ਮਿੰਟ ਬਾਅਦ ਜਾਦੂਗਰ ਨੇ ਨੱਚਣਾ ਬੰਦ ਕਰ ਦਿੱਤਾ ਅਤੇ ਖੁਦਾਈ ਰੋਕ ਦਿੱਤੀ। ਉਸਨੇ ਮੁਰਗਾ ਮੰਗਵਾ ਲਿਆ। ਦੂਜੇ ਚੇਲੇ ਨੇ ਮੁਰਗੇ ਨੂੰ ਫੜਿਆ, ਗਰਦਨ ਇੱਕ ਹੱਥ ਵਿੱਚ ਅਤੇ ਨੂੜੀਆਂ ਹੋਈਆਂ ਟੰਗਾਂ ਦੂਜੇ ਹੱਥ ਵਿੱਚ। ਮੁਰਗੇ ਨੂੰ ਬਾਂਗ ਵੀ ਨਾ ਦੇ ਦਿੱਤੀ। ਮੁਰਗੇ ਨੂੰ ਉਸ ਥਾਂ 'ਤੇ ਰੱਖ ਕੇ ਮੰਤਰ ਪੜ੍ਹੇ ਗਏ ਅਤੇ ਬੇਦੋਸ਼ੇ ਮੁਰਗੇ ਦੀ ਗਰਦਨ ਮਰੋੜ ਦਿੱਤੀ ਗਈ। ਲਹੂ ਟੋਏ ਵਿੱਚ ਨੁਚੜ ਗਿਆ। ਇਸ ਟੋਏ ਵਿੱਚ ਇੱਕ ਨਿੰਬੂ ਵੀ ਕੱਟਿਆ ਗਿਆ। ਜਾਦੂਗਰ ਨੇ ਆਖਿਆ ਕਿ ਹੋਰ ਪੁਟਾਈ ਹੱਥ ਧੋ ਕੇ ਕੀਤੀ ਜਾਵੇ। ਛਲਾਵਾ। ਮੇਰੀ ਤੇ ਭਾਈ ਪ੍ਰੇਮਾ ਰਤਨੇ ਨੂੰ ਸੱਦਿਆ ਗਿਆ। ਇੱਕ ਪਿੱਤਲ ਦੇ ਭਾਂਡੇ ਵਿੱਚੋਂ ਪਵਿੱਤਰ ਜਲ ਨਾਲ ਜਾਦੂਗਰ ਨੇ ਖੁਦ ਆਪ ਹੱਥ ਧੋਏ। ਉਸ ਨੂੰ ਟੋਏ ਵਿੱਚੋਂ ਪੁੱਟੀ ਹੋਈ ਮਿੱਟੀ ਹੱਥਾਂ ਨਾਲ ਬਾਹਰ ਕੱਢਣ ਲਈ ਆਖਿਆ ਗਿਆ। ਜਦੋਂ ਇਹ ਮਿੱਟੀ ਬਾਹਰ ਕੱਢ ਰਿਹਾ ਸੀ ਤਾਂ ਉਸ ਨੂੰ ਕੇਲੇ ਵਰਗੇ 5 ਇੰਚ ਲੰਬੀ ਅਤੇ 2 ਇੰਚ ਚੌੜੀ ਸਿਲੰਡਰੀ ਆਕਾਰ ਦੀ ਇੱਕ ਵਸਤੂ ਲੱਭੀ। ਜਾਦੂਗਰ ਕੁੱਦ ਪਿਆ ਅਤੇ ਉਸਨੇ ਉਹ ਵਸਤੂ ਪ੍ਰੇਮਾ ਰਤਨੇ ਦੇ ਹੱਥੋਂ ਖੋਹ ਲਈ। ਉਸ ਨੂੰ ਬਾਹਰੀ ਤੌਰ 'ਤੇ ਧਿਆਨ ਨਾਲ ਵੇਖਣ ਮਗਰੋਂ ਉਹ ਚੀਖਿਆ, ਇਹ ਉਹ ਜਾਦੂ ਟੂਣਾ ਹੈ ਜਿਹੜਾ ਇਸ ਘਰ ਵਿਚਲੇ ਸਾਰੇ ਦੁੱਖਾਂ ਤਕਲੀਫਾਂ ਲਈ ਜ਼ਿੰਮੇਵਾਰ ਸੀ। ਇਹ ਇੱਥੇ ਘੱਟੋ ਘੱਟ 8 ਮਹੀਨੇ ਪਹਿਲਾਂ ਦੱਬਿਆ ਹੋਇਆ ਸੀ। ਉਸਨੇ ਉਹਨੂੰ ਫੜ ਕੇ 4 ਚੁਫੇਰੇ ਗੇੜਾ ਮਾਰਿਆ। ਇਹ ਕਾਲੇ ਭੂਰੇ ਰੰਗ ਦਾ ਸੀ ਅਤੇ ਕਿਧਰੇ ਕਿਧਰੇ ਨੀਲੇ ਡੱਬ ਜਿਹੇ ਪਏ ਹੋਏ ਦਿਖਾਈ ਦਿੰਦੇ ਸਨ। ਤਵੀਤ ਲੱਭ ਗਿਆ। ਜਾਦੂਗਰ ਹੁਣ ਸਿਰੀ ਸੈਨਾ ਮੂਹਰੇ ਚੌਂਕੜੀ ਮਾਰ ਕੇ ਬੈਠ ਗਿਆ। ਸਿਰੀ ਸੈਨਾ ਕੁਝ ਪਰੇਸ਼ਾਨ ਜਿਹਾ ਲੱਗ ਰਹੀ ਸੀ। ਜਦੋਂ ਹੱਥਾਂ ਨਾਲ ਉਹ ਸਿਲੰਡਰ ਜਾਦੂਗਰ ਤੋਂ ਨਾ ਖੋਲ੍ਹਿਆ ਗਿਆ ਤਾਂ ਇੱਕ ਹਥੌੜਾ ਅਤੇ ਚਾਕੂ ਮੰਗਵਾਇਆ ਗਿਆ। ਮੈਰੀ ਨੇ ਰਸੋਈ ਵਿੱਚੋਂ ਚਾਕੂ ਲਿਆ ਦਿੱਤਾ। ਬਹੁਤ ਰੇੜਕੇ ਤੋਂ ਬਾਅਦ ਜਾਦੂਗਰ ਸਿਲੰਡਰ ਖੋਲ੍ਹ ਸਕਿਆ। ਤਾਂਬੇ ਦੇ ਇਸ ਸਿਲੰਡਰ ਵਿੱਚੋਂ ਹੱਡੀਆਂ ਦੇ ਟੁਕੜੇ, ਮਨੁੱਖੀ ਜਾੜ, ਇੱਕ ਤਾਂਬੇ ਦੀ ਪਲੇਟ ਜਿਸ 'ਤੇ ਕਿਸੇ ਅਗਿਆਤ ਭਾਸ਼ਾ ਵਿੱਚ ਕੁਝ ਲਿਖਿਆ ਹੋਇਆ ਸੀ, ਮਨੁੱਖੀ ਵਾਲਾਂ ਦਾ ਗੁੱਛਾ, ਟਰਾਵਨੋਕਰ ਰਾਜ ਦਾ ਇੱਕ ਸਿੱਕਾ ਜਿਸ ਨੂੰ ਚੱਕਰਮ ਆਖਦੇ ਹਨ ਅਤੇ ਮੁਰਗੇ ਦੀ ਚੁੰਝ ਨਿਕਲੀ। ਉਸਨੇ ਧਿਆਨ ਨਾਲ ਇਹਨਾਂ ਵਸਤੂਆਂ ਦੀ ਪੜਤਾਲ ਕੀਤੀ ਅਤੇ ਮੈਰੀ, ਸਿਰੀ ਸੈਨਾ ਅਤੇ ਪ੍ਰੇਮਾ ਰਤਨੇ ਨੂੰ ਇਹ ਵਸਤੂਆਂ ਦਿਖਾਈਆਂ। ਉਸਨੇ ਇਹ ਸਾਰੀਆਂ ਚੀਜ਼ਾਂ ਵਾਪਸ ਸਿਲੰਡਰ ਵਿੱਚ ਪਾ ਕੇ ਆਖਿਆ, ਮੈਂ ਇਸ ਜਾਦੂ ਟੂਣੇ ਨੂੰ ਨਾਲ ਹੀ ਲੈ ਜਾਵਾਂਗਾ ਅਤੇ ਇਸ ਨੂੰ ਨਸ਼ਟ ਕਰ ਦੇਵਾਂਗਾ। ਅੱਜ ਤੋਂ ਲਗਾਤਾਰ 6 ਦਿਨ ਇਸ ਟੋਏ ਵਿੱਚ ਠੀਕ ਸ਼ਾਮੀ 6 ਵਜੇ ਰੋਜ਼ਾਨਾ ਮੁਸ਼ਕ ਕਫੂਰ ਦੀ ਧੂਪ ਦਿੱਤੀ ਜਾਇਆ ਕਰੇ। ਮੈਂ ਵੀ 3 ਦਿਨਾਂ ਲਈ ਘਰੇ ਹੀ ਪੂਜਾ ਕਰਿਆ ਕਰਾਂਗਾ। ਲੋਕ ਜਾਦੂਗਰ ਦੀਆਂ ਜਾਦੂ ਟੂਣੇ ਕਰਨ ਅਤੇ ਜਾਦੂ ਕੱਢਣ ਦੀਆਂ ਗੈਬੀ ਸ਼ਕਤੀਆਂ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਖਿੰਡ ਪੁੰਡ ਗਏ। ਜਾਦੂਗਰ ਅਤੇ ਉਸਦੇ ਚੇਲੇ ਚਾਟਿਆਂ ਨੇ ਪ੍ਰੇਮਾ ਰਤਨੇ ਤੋਂ ਬਾਕੀ ਰਹਿੰਦੇ 270 ਰੁਪਏ ਲਏ ਅਤੇ ਬਾਕੀ ਰਹਿੰਦੀ ਰਾਤ ਲਈ ਸੌਣ ਵਾਸਤੇ ਥਾਂ ਦੀ ਖੋਜ ਕਰਨ ਲੱਗੇ। ਮੇਰੇ ਕਹਿਣ 'ਤੇ ਮਿਸਟਰ ਪਾਲ ਜਾਦੂਗਰ ਕੋਲ ਗਿਆ ਅਤੇ ਕਾਰਖਾਨੇ ਵਿੱਚ ਇੱਕ ਛੱਪੜ ਵਿੱਚ ਰਾਤੀ ਸੌਣ ਲਈ ਆਖ ਦਿੱਤਾ। ਉਹ ਮੇਰੇ ਅਤੇ ਮਿਸਟਰ ਪਾਲ ਨਾਲ ਕਾਰਖਾਨੇ ਵਿੱਚ ਆਏ ਅਤੇ ਆਰਾਮ ਕਰਨ ਲਈ ਬਹੁਤ ਖੁਸ਼ ਸਨ। ਜਦੋਂ ਬਾਕੀ ਸਾਰੇ ਗੂੜੀ ਨੀਂਦ ਸੌਂ ਰਹੇ ਸਨ ਤਾਂ ਜਾਦੂਗਰ ਨੂੰ ਸਵੇਰੇ 3 ਵਜੇ ਮੇਰੇ ਅਤੇ ਮੇਰੇ ਦੋਸਤ ਨਾਲ ਗੱਲਾਂ ਕਰਦੇ ਹੋਏ ਜਾਗਣਾ ਪਿਆ। ਮਲਿਆਲਮ ਵਿੱਚ ਬਾਤਚੀਤ ਕਰਦੇ ਸਮੇਂ ਮੈਂ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਕਿ ਜਾਦੂਗਰ ਦੀਆਂ ਸਾਰੀਆਂ ਚਾਲਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਹੋਵਾਂ। ਹੋਰਨਾਂ ਗੱਲਾਂ ਤੋਂ ਇਲਾਵਾ ਮੈਨੂੰ ਉਸ ਤੋਂ ਹੇਠ ਲਿਖੀਆਂ ਗੱਲਾਂ ਦਾ ਪਤਾ ਲੱਗਿਆ। ਜਾਦੂਗਰ ਅਤੇ ਉਸ ਦੇ ਦੋਵੇਂ ਚੇਲੇ ਮਲਿਆਲੀ ਸਨ। ਦੂਜੇ ਸਾਰੇ 5 ਰੁਪਏ ਰਾਤ ਦੇ ਹਿਸਾਬ ਨਾਲ ਦਿਹਾੜੀ 'ਤੇ ਲਿਆਂਦੇ ਗਏ ਸਿਰਹਾਲੀ ਸਨ। ਉਹ ਜਾਦੂ ਕੱਢਣ ਦੇ ਸਾਰੇ ਢੰਗ ਤਰੀਕੇ ਜਾਣਦੇ ਸਨ, ਭਾਵੇਂ ਉਹਨਾਂ ਨੂੰ ਅਸਲੀ ਭੇਦ ਦਾ ਕੋਈ ਗਿਆਨ ਨਹੀਂ ਸੀ। ਸਾਰੀ ਤੈਅ ਕੀਤੀ ਫੀਸ ਵਿੱਚ 10% ਉਹ ਜੋਤਸ਼ੀ ਨੂੰ ਦਿੱਤੇ ਜਾਂਦੇ ਸਨ ਜਿੱਥੇ ਉਹਨਾਂ ਦੀ ਸਿਫਾਰਿਸ਼ ਕੀਤੀ ਜਾਂਦੀ ਸੀ। ਉਹ ਪਨਪਿੱਤਿਆਂ ਦੇ ਰਹਿਣ ਵਾਲੇ ਸਨ ਅਤੇ ਉਹਨਾਂ ਦਾ ਆਮ ਪੇਸ਼ਾ ਪਸ਼ੂਆਂ ਦੇ ਚਾਰੇ ਵਾਸਤੇ ਘਾਹ ਉਗਾਉਣਾ ਸੀ। ਇਹ ਜਾਦੂਗਰੀ ਤਾਂ ਉਹ ਕਦੇ ਕਦਾਈ ਹੀ ਕਰਿਆ ਕਰਦੇ ਸਨ। ਲਗਭਗ 25 ਉਹੋ ਜਿਹੇ ਸਿਲੰਡਰ ਹੱਡੀਆਂ, ਵਾਲਾਂ ਅਤੇ ਸਿੱਕਿਆਂ ਨਾਲ ਭਰ ਕੇ ਧਰਤੀ ਹੇਠ ਲੰਬੇ ਸਮੇਂ ਤੋਂ ਦੱਬ ਕੇ ਰੱਖੇ ਜਾਂਦੇ ਸਨ। ਜਦੋਂ ਕਿਧਰੇ ਉਹਨਾਂ ਨੂੰ ਜਾਦੂ ਕੱਢਣ ਦੀ ਬੁਲਾਇਆ ਜਾਂਦਾ ਤਾਂ ਇੱਕ ਸਿਲੰਡਰ ਉਹ ਨਾਲ ਲੈ ਜਾਂਦੇ। ਜੋ ਜਾਦੂ ਬਾਹਰ ਕੱਢਣ ਤੋਂ ਪਹਿਲਾਂ ਜਿਹੜੀ ਪਾਣੀ ਦੀ ਬਾਲਟੀ ਜਾਂ ਘੜਾ ਟੋਏ ਵਿੱਚ ਪਾਇਆ ਜਾਂਦਾ ਸੀ,
ਉਹ ਇਸ ਕਰਕੇ ਸੀ ਕਿ ਸਿਲੰਡਰ ਨਾਲ ਕਾਤੂ ਨਾਇਕੇ ਦੀ ਰੇਤਲੀ ਮਿੱਟੀ ਚੰਬੜ ਜਾਏ ਅਤੇ ਇੰਜ ਘਾਹ ਵਾਲੇ ਖੇਤਾਂ ਦੀ ਕਾਲੀ ਮਿੱਟੀ ਢਕੀ ਜਾਵੇ। ਇਹੋ ਜਿਹੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਸੀ ਜੇ ਬਾਗ ਦੀ ਮਿੱਟੀ ਦਾ ਰੰਗ ਲਾਲ ਹੁੰਦਾ। ਸਾਰੀ ਰਾਤ ਜਿਹੜਾ ਜਾਪ ਹੁੰਦਾ ਸੀ ਉਹ ਕੇਰਲਾ ਦੇ ਮਹਾਂਕਵੀ ਵਾਲਬੋਲ ਦੀ ਇੱਕ ਰਚਨਾ ਮੈਰੀ ਮੈਕਡਾਲੇਨ ਵਿੱਚੋਂ ਸੀ, ਜਿਹੜੀ ਕਿ ਜਾਦੂਗਰ ਨੇ ਆਪਣੇ ਬਚਪਨ ਵਿੱਚ ਸਕੂਲ ਸਮੇਂ ਯਾਦ ਕੀਤੀ ਸੀ। For more contents related to rational thinking, subscribe our Tarkshil TV channel now. For instant updates of new videos, don't forget to press the bell icon.